ਵਾਹਿਗੁਰੂ। ਸਤਨਾਮ ਵਾਹਿਗੁਰੂ ਜੀ। ਨਸ ਵੰਜੋ ਕਿਲ ਬਿਖੋ ਕਰਤਾ ਘਰ ਆਇਆ। ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਤਿੰਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ। ਨਾਨਕ ਰਾਇ ਸਭ ਸਿਖਨ ਕਉ ਸੁਖ ਦਇ। ਜਹ ਤਹ ਭਏ ਸਹਾਇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ। ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਜੀ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸੇਵਿਐ ਸੂਤਕ ਜਾਇ। ਮਰੈ ਨਾ ਜਨਮੈ ਕਾਲ ਨਾ ਖਾਇ। ਸਤਿਗੁਰ ਸੇਵਿਐ ਸੂਤਕ ਜਾਇ। ਮਰੈ ਨਾ ਜਨਮੈ ਕਾਲ ਨਾ ਖਾਇ। ਸਾਸਤ ਸਿਮ੍ਰਿਤ ਸੋਧ ਦੇਖੋ ਕੋਇ। ਵਿਣ ਨਾਮੈ ਕੋ ਮੁਕਤ ਨਾ ਹੋਇ। ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ। ਕਲ ਮਹਿ ਗੁਰਮੁਖ ਉਤਰਸ ਪਾਰ। ਸਾਚਾ ਮਰੈ ਨਾ ਆਵੈ ਜਾਇ। ਨਾਨਕ ਗੁਰਮੁਖ ਰਹੈ ਸਮਾਇ। ਸਾਚਾ ਮਰੈ ਨਾ ਆਵੈ ਜਾਇ। ਨਾਨਕ ਗੁਰਮੁਖ ਰਹੈ ਸਮਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀਓ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਜੋ ਕੱਲ ਆਪਾਂ ਨੇ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ। ਬੇਅੰਤ ਬੇਅੰਤ ਵਧਾਈਆਂ ਪ੍ਰਕਾਸ਼ ਗੁਰਪੁਰਬ ਦੀਆਂ। ਇਸ ਗੱਲ ਦੀ ਵੀ ਆਪ ਸਰਬਤ ਸਾਧ ਸੰਗਤ ਨੂੰ, ਇਸ ਦੇਸ਼ ਦੇ ਲੋਕਾਂ ਨੂੰ, ਖਾਸ ਕਰਕੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਵਧਾਈਆਂ। ਜੋ ਅਰਦਾਸਾਂ ਹੋ ਰਹੀਆਂ ਸਨ ਲਗਾਤਾਰ ਗੁਰਦੁਆਰਿਆਂ ਦੇ ਵਿੱਚ, ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਮੋਦੀ ਸਰਕਾਰ ਨੇ ਉਹ ਕਾਨੂੰਨ ਵਾਪਸ ਲਏ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਸਨ। ਇਹ ਬੜੀ ਵੱਡੀ ਗੱਲ ਹੋਈ ਹੈ। ਜੇ ਅਸੀਂ ਸਰਕਾਰਾਂ ਦੇ ਗਲਤ ਕੰਮਾਂ ਦਾ ਵਿਰੋਧ ਕਰਦੇ ਹਾਂ ਤੇ ਜੇ
ਕਿਸੇ ਵੀ ਵੇਲੇ ਕੁਝ ਚੰਗਾ ਹੋਵੇ ਤੇ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ। ਸੋ ਅਸੀਂ ਧੰਨਵਾਦੀ ਹਾਂ ਕਿ ਕਿਸਾਨਾਂ ਦਾ ਉਹ ਜੋ ਸੰਘਰਸ਼, ਉਹ ਕੁਰਬਾਨੀਆਂ ਰੰਗ ਲਿਆਈਆਂ ਤੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਹੋਣ ਦੀ ਗੱਲ ਹੋਈ। ਇਸ ਗੱਲ ਦੀ ਆਪ ਸਾਰਿਆਂ ਨੂੰ ਵਧਾਈਆਂ। ਗੁਰਬਾਣੀ ਤਾਂ ਅਕਸਰ ਕਹਿੰਦੀ ਹੈ, ਦੁੱਖ ਦਾਰੂ ਸੁਖ ਰੋਗ ਭਇਆ। ਔਂਕੜਾਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ ਤੇ ਦੇ ਵੀ ਬਹੁਤ ਕੁਝ ਜਾਂਦੀਆਂ ਨੇ। ਉਹਨਾਂ ਕਿਸਾਨਾਂ ਲਈ ਬਹੁਤ ਅਰਦਾਸਾਂ ਹੋਈਆਂ। ਇਸ ਦੇਸ਼ ਦੇ ਨਹੀਂ, ਵਿਦੇਸ਼ਾਂ ਦੇ ਲੋਕ ਨਾਲ ਖੜੇ ਹੋ ਗਏ। ਬੜਾ ਲੋਕਾਂ ਨੇ ਦਰਦ ਰੱਖਿਆ ਉਹਨਾਂ ਨਾਲ, ਬੜੀ ਹਮਦਰਦੀ ਰੱਖੀ, ਨਾਲ ਖੜੇ ਹੋਏ। ਸਭਨਾਂ ਦਾ ਧੰਨਵਾਦ ਤੇ ਸਭ ਲਈ ਅਰਦਾਸ ਹੈ। ਤੇਗ ਬਹਾਦਰ ਸਿਮਰੈ ਹਰਿ ਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਅੱਜ ਦੀ ਕਥਾ ਦੀ ਸੇਵਾਵਾਂ ਮੇਰੇ ਅਜੀਜ਼ ਭਾਈ ਇਕਬਾਲ ਸਿੰਘ ਜੀ ਨਿਭਾ ਰਹੇ ਹਨ। ਸੁੰਦਰ ਕਥਾ ਕਰਦੇ ਹਨ। ਟਿਕ ਕੇ ਕਥਾ ਦਾ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ ਹੈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਸੱਚੇ ਸਤਿਗੁਰੂ, ਸੱਚੇ ਸੱਜਣ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਪਾਤਸ਼ਾਹ ਹਨ, ਸ਼ਾਹਾਂ ਦੇ ਸ਼ਾਹ ਹਨ। ਤੇ ਐਸੇ ਸੱਜਣ ਸਤਿਗੁਰ ਦੇ ਕੋਲ ਬੈਠਿਆਂ, ਜਿਸ ਪਾਸ ਬੈਠਿਆਂ ਸੋ ਹੀ ਹੈ, ਸੋ ਹੀ ਹੈ। ਜੀਵਨ ਸੁਹਾਵਣਾ ਸ਼ੋਭਨੀਕ ਹੁੰਦਾ ਹੈ, ਜਿਨ 'ਚ ਸੱਚੀਆਂ ਖੁਸ਼ੀਆਂ, ਸੱਚੀਆਂ ਪਾਤਸ਼ਾਹੀਆਂ ਮਿਲਦੀਆਂ ਹਨ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਐਸੇ ਸੱਚੇ ਸੱਜਣ, ਸੱਚੇ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਉਹ ਮਹਾਨ ਅਸਥਾਨ ਜਿੱਥੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਈ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਬਰ ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਧਰਮ ਦੇ ਲਈ ਕਲਯੁਗੀ ਸਮੇਂ ਅੰਦਰ ਸਭ ਤੋਂ ਵੱਡਾ ਸਾਕਾ ਵਰਤਾਇਆ ਹੈ। ਜਿਸ ਪ੍ਰਥਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤਮਈ ਬਚਨ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ। ਇਸ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੁੜ ਬੈਠਣ ਦਾ ਤੇ ਬਹੁਤਾਤ ਗਿਣਤੀ 'ਚ ਉਹ ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਦੀ ਧਰਤੀ ਤੇ ਪੀਟੀਸੀ ਸਿਮਰਨ ਚੈਨਲ ਦੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਵੀ ਭਾਵੇਂ ਸਰੀਰ ਕਰਕੇ ਦੂਰੀਆਂ ਹਨ ਪਰ ਅੰਦਰ ਭਾਵਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ। ਇਸ ਮਹਾਨ ਅਸਥਾਨ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਸਤਿਗੁਰ ਜੀ ਆਪ ਲੈ ਕੇ ਆਏ ਹਨ ਤੇ ਆਪਣੇ ਘਰਾਂ 'ਚ ਬੈਠ ਕੇ ਮੀਡੀਆ ਰਾਹੀਂ ਬਖਸ਼ਿਸ਼ ਨਾਲ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਇਸ ਅਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੀ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਮੋਲਕ ਬਚਨਾਂ ਦੀ ਵਿਚਾਰ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਨਿਪੱਤਿਆਂ ਦੀ ਪੱਤ ਨਿਗੱਤਿਆਂ ਦੀ ਗੱਤ ਨਿਆਸਰਿਆਂ ਦੀ ਆਸਰੇ ਗਈ ਬਹੋੜ ਬੰਦੀ ਛੋੜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਰੱਬੀ ਇਲਾਹੀ ਬਚਨਾਂ ਦਾ ਪਾਠ ਗੁਰੂ ਘਰ ਦੇ ਵਜ਼ੀਰ ਮੁੱਖ ਗ੍ਰੰਥੀ ਗਿਆਨੀ ਹਰਨਾਮ ਸਿੰਘ ਜੀ ਉਹਨਾਂ ਦੇ ਮੁਖ ਤੋਂ ਆਪ ਜੀ ਨੇ ਪਵਿੱਤਰ ਬਚਨਾਂ ਦਾ ਪਾਠ ਸ਼ਰਵਣ ਕੀਤਾ ਹੈ। ਪਿਆਰਿਓ, ਨਾਨਕ ਬੇੜੀ ਸੱਚ ਕੀ ਤਰੀ ਹੈ ਗੁਰ ਵਿਚਾਰ। ਸੱਚ ਦੀ ਬੇੜੀ 'ਚ ਬੈਠਣਾ, ਸੱਚ ਦਾ ਓਟ ਆਸਰਾ ਲੈਣਾ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਰਾਹੀਂ ਸੱਚ ਦੇ ਬੋਹਤ 'ਚ ਆਪਾਂ ਬੈਠ ਸਕਦੇ ਹਾਂ ਤੇ ਸੱਚਾ ਲਾਹਾ ਕੱਟਦੇ ਹੋਏ ਸੰਸਾਰ ਸਮੁੰਦਰ ਤੋਂ ਪਾਰ ਹੋਵਣਾ। ਆਓ ਜਿੱਥੇ ਸਰੀਰ ਕਰਕੇ ਬੈਠੇ ਹਾਂ, ਸੁਰਤ ਕਰਕੇ ਮਨ ਕਰਕੇ ਗੁਰੂ ਚਰਨ 'ਚ ਲਗਵਾਈਏ ਹਾਜ਼ਰੀ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨ ਬਖਸ਼ਿਸ਼ ਗੁਰੂ ਫਤਿਹ ਦਾ ਜਾਪ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀ ਵੱਡੀ ਮਿਹਰ ਵਰਤਾਈ ਹੈ। ਆਏ ਹਨ ਸੰਸਾਰ ਤੇ ਤਾਰਨ ਲਈ, ਡੁੱਬਦੇ ਪਏ ਆਪਣੇ ਖਸਮ ਨੂੰ ਛੱਡ ਕੇ, ਆਪਣੇ ਮਾਲਕ ਨੂੰ ਛੱਡ ਕੇ ਡੁੱਬਦੇ ਪਏ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ, ਡੁੱਬਦੇ ਪਏ। ਤੇ ਧੰਨ ਗੁਰੂ ਨਾਨਕ ਜੀ ਆਏ ਸੰਸਾਰ ਤੇ ਡੁੱਬਿਆਂ ਹੋਇਆਂ ਨੂੰ ਤਾਰਨ ਲਈ। ਅੱਜ ਵੀ ਤਾਰਦੇ ਪਏ ਹਨ। ਗੁਰੂ ਨਾਨਕ ਜੀ ਆਏ ਪਰ ਸੰਸਾਰ ਤੋਂ ਗਏ ਨਹੀਂ ਹਨ। ਗੁਰੂ ਨਾਨਕ ਸਾਹਿਬ ਨੇ 10 ਸਰੀਰ ਧਾਰਨ ਕੀਤੇ, 10 ਜਾਮੇ ਧਾਰਨ ਕੀਤੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ। ਗੁਰੂ ਨਾਨਕ ਨੇ ਫਿਰ ਦੂਜਾ ਸਰੀਰ ਧਾਰਨ ਕੀਤਾ, ਭਾਈ ਲਹਿਣਾ।
ਤੇਰੇ ਅੰਗ ਅੰਗ ਵਿੱਚ ਗੁਰੂ ਨਾਨਕ ਵਸਦਾ ਹੈ। ਤੂੰ ਹੁਣ ਲੈਣਾ ਨਹੀਂ, ਤੂੰ ਸਾਡਾ ਅੰਗਦ ਹੈ। ਗੁਰੂ ਅੰਗਦ ਸਾਹਿਬ ਆ ਕੇ ਤਖਤ ਤੇ ਬਿਠਾ ਕੇ ਆਪ ਚਰਨ 'ਚ ਮੱਥਾ ਟੇਕ ਦਿੱਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਇਸੇ ਤਰੀਕੇ ਗੁਰੂ ਨਾਨਕ ਅੰਗਦ ਕਰ ਜਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਗੁਰੂ ਨਾਨਕ ਨੇ 10 ਸਰੀਰ ਧਾਰਨ ਕੀਤੇ ਤੇ ਪਿਆਰਿਓ, ਪਰ ਜਿਹੜੇ ਮੂੜ ਲੋਕ ਹਨ ਉਹਨਾਂ ਨੂੰ ਸਮਝ ਨਹੀਂ ਆਉਂਦੀ। ਸਾਧਨ ਲਖਾ ਮੂੜ ਨਹਿ ਪਾਇਓ, ਭਿੰਨ ਭਿੰਨ ਸਭਹੁ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਭਿੰਨ ਭਿੰਨ ਕਰਕੇ ਜਾਣਤੇ ਕਿ ਗੁਰੂ ਨਾਨਕ ਸਾਹਿਬ ਹੋਰ ਨੇ, ਗੁਰੂ ਅੰਗਦ ਸਾਹਿਬ ਹੋਰ ਨੇ, ਗੁਰੂ ਗੋਬਿੰਦ ਸਿੰਘ ਜੀ ਹੋਰ ਨੇ, ਗੁਰੂ ਨਾਨਕ ਸਾਹਿਬ ਜੀ ਹੋਰ ਨੇ। ਨਹੀਂ, ਇਹ ਭਿੰਨ ਭਿੰਨ ਕਰਕੇ ਜਾਣਦੇ। ਭਿੰਨ ਭਿੰਨ ਸਭਹੁ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿੱਧ ਪਾਈ। ਜਿਨ ਚ ਸਿੱਧੀ ਉਹਨਾਂ ਨੇ ਪ੍ਰਾਪਤ ਕੀਤੀ, ਜੀਵਨ ਉਹਨਾਂ ਦਾ ਸਫਲ ਹੋਇਆ ਜਿਨ੍ਹਾਂ ਨੇ ਇੱਕ ਕਰਕੇ ਜਾਣਿਆ ਹੈ ਗੁਰੂ ਨਾਨਕ ਇੱਕ ਹੀ ਹੈ। ਕਈ ਵਾਰ ਆਪਾਂ ਵੀ ਭੁਲੇਖੇ ਨਾਲ ਕਹਿ ਦਿੰਦੇ ਹਾਂ ਪੰਜਵੇਂ ਗੁਰੂ ਨਾਨਕ, ਨੌਵੇਂ ਗੁਰੂ ਨਾਨਕ। ਇਹ ਬੜਾ ਵੱਡਾ ਭੁਲੇਖਾ ਪੈ ਜਾਂਦਾ। ਗੁਰੂ ਨਾਨਕ ਇੱਕ ਹੈ, ਪੰਜਵਾਂ ਨਾਨਕ ਕੋਈ ਨਹੀਂ ਹੈ, ਨੌਵਾਂ ਕੋਈ ਨਹੀਂ ਹੈ, ਇੱਕੋ ਹੀ ਹੈ ਗੁਰੂ ਨਾਨਕ। ਨੌਵੀਂ ਜੋਤ, ਪੰਜਵੀਂ ਜੋਤ ਨਹੀਂ, ਜੋਤ ਇੱਕ ਹੀ ਹੈ। ਆਪਾਂ 10 ਪਾਸ਼ੇ ਜੋਤ ਆਖਦੇ ਹਾਂ, 10 ਪਾਸ਼ੇ ਜੋਤਾਂ ਨਹੀਂ ਆਖਦੇ। 10 ਪਾਸ਼ੇ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ। ਜਿੱਥੇ ਜਿੱਥੇ ਵੀ ਗਏ ਬਾਣੀ ਨਾਲ ਜੋੜਿਆ, ਸ਼ਬਦ ਨਾਲ ਜੋੜਿਆ। ਤੇ ਕਿਸੇ ਨੇ ਸਰੀਰ ਦੀ ਗੱਲ ਕੀਤੀ, ਗੁਰੂ ਨਾਨਕ ਸਾਹਿਬ ਸਾਨੂੰ ਛੱਡ ਕੇ ਨਾ ਜਾਵੋ, ਅਸੀਂ ਰੋਜ਼ ਤੁਹਾਡੇ ਦਰਸ਼ਨ ਦੀਦਾਰ ਕਰੀਏ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਗੇ ਸਰੀਰ ਨਾਲ ਜੁੜੋਗੇ ਤੇ ਵਿਛੜ ਜਾਵੋਗੇ, ਸ਼ਬਦ ਨਾਲ ਜੁੜੋਗੇ ਤੇ ਕਦੀ ਵਿਛੋੜਾ ਨਹੀਂ ਪਵੇਗਾ। ਸ਼ਬਦ ਮਿਲਾਵਾ ਖੋਤ ਹੈ, ਦੇਹ ਮਿਲਾਵਾ ਨਾਹੇ। ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਸ਼ਬਦ ਨਾਲ ਜੋੜਨ ਲਈ। ਪਹਿਲੇ ਜਾਮੇ 'ਚ ਬਚਨ ਕਰ ਦਿੱਤਾ। ਕਹਿਣ ਲੱਗੇ, ਜਦੋਂ ਸਿੱਧਾਂ ਨੇ ਪੁੱਛਿਆ ਹੈਰਾਨ ਹੋ ਕੇ, ਕਹਿਣ ਲੱਗੇ ਤੁਹਾਡੀ ਉਮਰ ਬੜੀ ਛੋਟੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਿਹੜੇ 84 ਸਿੱਧ ਬੈਠੇ ਨਾ ਸੁਮੇਰ ਪਰਬਤ ਤੇ, ਉਹਨਾਂ ਨੇ ਬੜਾ ਤਪ ਕੀਤਾ, ਸਾਧਨਾਵਾਂ ਸਾਧੀਆਂ, ਬੜੇ ਪ੍ਰਾਣਾਯਾਮ ਕੀਤੇ, ਯੋਗ ਸਾਧਨਾ ਸਾਧੀਆਂ, 10ਮ ਦੁਆਰ 'ਚ ਆਪਣੇ ਸਵਾਸ ਟਿਕਾਏ। ਬੜੀਆਂ ਲੰਮੀਆਂ ਲੰਮੀਆਂ ਉਹਨਾਂ ਦੀਆਂ ਉਮਰਾਂ ਸਨ। ਗੁਰੂ ਨਾਨਕ ਸਾਹਿਬ ਨੂੰ ਉਹ ਬਾਲਾ ਬਾਲਾ ਆਖਦੇ। ਸਿੱਧ ਬੋਲਣ ਸੁਣ ਬਾਲਿਆ, ਸਿੱਧ ਬੋਲਣ ਸੁਣ ਬਾਲਿਆ। ਕੌਣ ਸ਼ਕਤ ਤੋਂ ਇੱਥੇ ਲਿਆਈ? ਕਿਹੜੀ ਸ਼ਕਤੀ ਤੇਰੇ ਕੋਲ ਜਿਹੜੀ ਤੈਨੂੰ ਸੁਮੇਰ ਪਰਬਤ ਦੇ ਉੱਪਰ ਲੈ ਆਈ ਹੈ? ਸਿੱਧ ਬੋਲਣ ਸੁਣ ਬਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ? ਤੇ ਧੰਨ ਗੁਰੂ ਨਾਨਕ ਨੇ ਬਚਨ ਕੀਤਾ, ਹੋਂ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਮੈਂ ਕੇਵਲ ਪਾਰ ਬ੍ਰਹਮ ਪਰਮੇਸ਼ਰ ਨੂੰ ਜਪਿਆ ਹੈ। ਹੋਂ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਅਸੀਂ ਜਿਹੜੀ ਤਾੜੀ ਲਾਈਏ, ਜਿਹੜੀ ਸਮਾਧੀ ਲਾਈਏ, ਉਹ ਪ੍ਰੇਮਾ ਭਗਤੀ ਦੀ ਹੈ। ਅਖੀਰ ਉਹ ਸਿੱਧ ਜਿਨ੍ਹਾਂ ਨੂੰ ਬੜਾ ਅਹੰਕਾਰ ਸੀ, ਅਹੰਕਾਰ ਨਾਲ ਭਰੇ ਹੋਏ ਸਨ ਕਿ ਸਾਡੇ ਜਿਤਨੀਆਂ ਰਿੱਧੀਆਂ ਸਿੱਧੀਆਂ ਕਿਸੇ ਹੋਰ ਕੋਲ ਨਹੀਂ, ਆਪਣੀ ਰਿੱਧੀਆਂ ਸਿੱਧੀਆਂ ਦਿਖਾਉਂਦੇ ਰਹੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਅਧੀਨ ਝੁਕਾਉਣ ਲਈ। ਇਤਿਹਾਸ ਤੋਂ ਆਪ ਜੀ ਵਾਕਿਫ ਹੋ। ਉੱਥੇ ਜਿੱਥੇ ਪਾਣੀ ਸੀ ਨਾ, ਪਾਣੀ ਥਾਂ ਤੇ ਹੀਰੇ ਜਵਾਹਰਾਤ ਬਣਾ ਦਿੱਤੇ ਉਹਨਾਂ ਨੇ।
ਗੁਰੂ ਨਾਨਕ ਨੂੰ ਆਖਦੇ, ਕਹਿਣਗੇ ਲਓ ਜੀ ਖੱਪਰ ਲਓ ਤੇ ਤੁਸੀਂ ਪਾਣੀ, ਤੁਸੀਂ ਆਖਦੇ ਸੇਵਾ ਕਰਨੀ ਚਾਹੀਦੀ, ਸਾਡੀ ਸੇਵਾ ਤਾਂ ਕਰ ਦਿਓ, ਪਾਣੀ ਲੈ ਕੇ ਆਵੋ। ਜਦੋਂ ਗੁਰੂ ਨਾਨਕ ਸਾਹਿਬ ਜੀ ਪਾਣੀ ਲੈਣ ਗਏ, ਉੱਥੇ ਉਹਨਾਂ ਨੇ ਰਤਨ ਜਵਾਹਰ ਸਨ, ਉੱਥੇ ਪਾਣੀ ਥਾਂ ਤੇ। ਸੋਚਿਆ ਸੀ ਗੁਰੂ ਨਾਨਕ ਸਾਹਿਬ ਸਾਡੇ ਰਤਨਾਂ ਜਵਾਹਰਾਤਾਂ ਨੂੰ ਦੇਖ ਕੇ ਸਾਡੇ ਅਧੀਨ ਹੋ ਜਾਣਗੇ, ਸਾਡੀਆਂ ਸ਼ਕਤੀਆਂ ਨੂੰ ਦੇਖ ਕੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਹੜਾ ਚੱਲਿਆ ਗੁਰੂ ਦੀ ਚਾਲ ਆ। ਗੁਰੂ ਨਾਨਕ ਦੀ ਚਾਲ, ਗੁਰੂ ਨਾਨਕ ਦਾ ਤੇਜ ਪ੍ਰਤਾਪ ਨਾ ਕੋਈ ਚੱਲ ਸਕਦਾ, ਨਾ ਕੋਈ ਚੱਲ ਸਕਿਆ ਹੈ। ਅਖੀਰ ਅਧੀਨ ਹੋਣਾ ਪੈਂਦਾ, ਝੁਕਣਾ ਹੀ ਪੈਂਦਾ ਹੈ। ਉਤੇ ਸ਼ਬਦ ਜਿਤੀ ਸਿੱਧ ਮੰਡਲੀ ਕਿ ਤੋਸ ਆਪਣਾ ਪੰਥ ਨਿਰਾਲਾ। ਸ਼ਬਦ ਦੀ ਟੇਕ ਲੈ ਕੇ ਗੁਰੂ ਨਾਨਕ ਨੇ ਸ਼ਬਦ ਨਾਲ ਜੋੜਦੇ ਹੋਏ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਤੋਸ ਆਪਣਾ ਪੰਥ ਨਿਰਾਲਾ। ਕਲਯੁਗ ਨਾਨਕ ਨਾਮ ਸੁਖਾਲਾ। ਕਲਯੁਗੀ ਸਮੇਂ 'ਚ ਉਹ ਮਾਰਗ ਦੱਸਿਆ, ਉਹ ਪੰਥ ਦੱਸਿਆ ਨਾਮ ਦਾ, ਕਿਉਂਕਿ ਨਾਮ ਤੋਂ ਬਿਨਾਂ ਨਾ ਕੋਈ ਭਵ ਸਾਗਰ ਤੋਂ ਤਰ ਸਕਿਆ, ਨਾ ਕੋਈ ਤਰ ਸਕਿਆ ਹੈ। ਤੇਰਾ ਏਕ ਨਾਮ ਤਾਰੇ ਸੰਸਾਰ। ਨਾਮ ਦੀਆਂ ਬਾਤਾਂ ਕੀਤੀਆਂ, ਸਿੱਧਾਂ ਦੇ ਹਰ ਸਵਾਲ ਦਾ ਜਵਾਬ ਤਾਂ ਤੁਸੀਂ ਸਿੱਧ ਗੋਸ਼ਟ ਪੜ੍ਹ ਕੇ ਤਾਂ ਦੇਖੋ ਸਹੀ। ਕਿਤਨੇ ਔਖੇ ਔਖੇ ਸਵਾਲ ਕਰਦੇ ਸਿੱਧ, ਉਹਨਾਂ ਦੇ ਸਵਾਲ ਕਰਨ 'ਚ ਦੇਰੀ ਹੋ ਜਾਂਦੀ ਏ, ਗੁਰੂ ਨਾਨਕ ਦੇ ਜਵਾਬ ਦੇਣ 'ਚ ਦੇਰੀ ਨਹੀਂ ਹੁੰਦੀ। ਫਿਰ ਉਹਨਾਂ ਦਾ ਨਵਾਂ ਸਵਾਲ ਖੜਾ ਹੋ ਗਿਆ ਸੀ, ਇਹ ਬਾਲਿਆ ਸਾਨੂੰ ਇਹ ਦੱਸ, ਇਤਨੀ ਛੋਟੀ ਉਮਰ 'ਚ ਇਤਨਾ ਗਿਆਨ, ਇਤਨਾ ਗਿਆਨ, ਇਹ ਗਿਆਨ ਦਾ ਖਜ਼ਾਨਾ ਤੁਹਾਨੂੰ ਕਿੱਥੋਂ ਮਿਲਿਆ? ਆਪਣੇ ਗੁਰੂ ਜੀ ਦਾ ਨਾਮ ਸਾਨੂੰ ਜ਼ਰੂਰ ਦੱਸੋ, ਆਪਣੇ ਗੁਰੂ ਦਾ ਨਾਮ ਦੱਸੋ। ਕਵਨ ਮੂਲ ਕਵਨ ਮਤਵੇਲਾ, ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੂੰ ਚੇਲਾ ਕਿੰਦਾ ਹੈ, ਤੇਰਾ ਗੁਰੂ ਕੌਣ ਹੈ? ਤੇ ਧੰਨ ਗੁਰੂ ਨਾਨਕ ਨੇ ਬਚਨ ਕੀਤਾ, ਪਵਨ ਆਰੰਭ ਸਤਿਗੁਰ ਮਤਵੇਲਾ, ਸ਼ਬਦ ਗੁਰੂ ਸੁਰਤੁਨ ਚੇਲਾ। ਸਾਡਾ ਗੁਰੂ ਸ਼ਬਦ ਗੁਰੂ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਫਰਮਾਇਆ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਹੀ ਗੁਰੂ ਹੈ। ਗੁਰੂ ਬਾਣੀ ਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਇਸ ਧੁਰਦਰ ਗਾਹੀ ਬੰਚ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲਾ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ, ਜੋ ਸ੍ਰੇਸ਼ਟ ਅੰਮ੍ਰਿਤ ਹੈ ਉਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ। ਬਾਣੀ ਦਾ ਆਧਾਰ ਹੀ ਇਹੀ ਏ, ਆਤਮਿਕ ਜੀਵਨ ਦੇ ਨਾਲ ਨਾਮ। ਗੁਰੂ ਨਾਨਕ ਜੀ ਦੇ ਘਰ 'ਚ ਕੀ ਹੈ? ਨਾਨਕ ਕੇ ਕਰ ਕੇਵਲ ਨਾਮ। ਨਾਮ ਨਾਲ ਜੁੜਨਾ ਭਾਈ। ਰੋਜ਼ਾਨਾ ਆਪਾਂ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਠੀਕ ਹੈ, ਤੂੰ ਬੜੇ ਹੋਰ ਕੰਮ ਧੰਦੇ ਕਰਦਾ, ਪਰ ਇਹਨਾਂ ਕੰਮ ਧੰਦਿਆਂ ਨੇ ਤੇਰੇ ਕੰਮ ਨਹੀਂ ਆਉਣਾ। ਆਉਣਾ ਕਿਲ ਪਰਮੇਸ਼ਰ ਦੇ ਨਾਮ ਨੇ, ਇਹ ਨਾਮ ਹੀ ਨਾਲ ਚੱਲ ਸਕਦਾ ਹੈ। ਇਹੀ ਉਪਦੇਸ਼ ਸਾਰੇ ਸੰਸਾਰ ਨੂੰ ਦੇ ਰਹੇ ਹਨ। ਗੁਰੂ ਨਾਨਕ ਸਾਹਿਬ ਦੇਣ ਵਾਸਤੇ ਉਦਾਸੀਆਂ ਵੀ ਧਾਰਨ ਕੀਤੀਆਂ, ਹਿੰਦੂ ਧਰਮ ਦੇ ਤੀਰਥਾਂ ਤੇ ਵੀ ਗਏ, ਸ਼ਮੇਰ ਪਰਬਤ ਤੇ ਸਿੱਧਾਂ ਨੂੰ ਵੀ ਜਾ ਕੇ ਉਪਦੇਸ਼ ਦੇਣਾ ਕੀਤਾ, ਸ਼ਬਦ ਨਾਲ ਜੋੜਨਾ ਕੀਤਾ। ਮੱਕੇ ਮਦੀਨੇ ਬਗਦਾਦ, ਇਰਾਕ ਦੀ ਰਾਜਧਾਨੀ ਬਗਦਾਦ ਵੀ ਗਏ। ਹਰ ਪਾਸੇ ਨਾਮ ਦਾ ਹੋਕਾ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਹੋ ਜਪਿਆ ਪਰਮੇਸ਼ਰੋ, ਭਾਉ ਭਗਤ ਸੰਤਾਲੀ ਲਾਈ। ਉਹਨਾਂ ਸਿੱਧਾਂ ਨੂੰ ਫਿਰ ਕਹਿਣਾ ਪਿਆ, ਬਾਬਾ ਨਾਨਕ ਠੀਕ ਹੈ, ਉਮਰਾਂ ਸਾਡੀਆਂ ਵੱਡੀਆਂ, ਪਰ ਕਮਾਈ ਸਾਡੀ ਵੱਡੀ ਨਹੀਂ, ਕਮਾਈ ਤੁਹਾਡੀ ਵੱਡੀ ਹੈ। ਉਹ ਸਿੱਧ ਜਿਹੜੇ ਅਹੰਕਾਰ ਨਾਲ ਪਰ ਦੂਜੇ ਨੂੰ ਸ਼ਰਾਪ ਦਿੰਦੇ ਸਨ, ਬੋਲਦੇ ਸਨ, ਅਹੰਕਾਰ ਨਾਲ ਭਰੇ ਹੋਏ, ਉਹਨਾਂ ਸਿੱਧਾਂ ਨੇ ਸ਼ੁਭ ਬਚਨ ਬੋਲਿਆ। ਸਿੱਧ ਬੋਲਣ ਸ਼ੁਭ ਬਚਨ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਭ ਪਾਸੇ ਗੂੰਜਾਂ ਪੈ ਰਹੀਆਂ ਨੇ, ਹਰ ਪਾਸੇ, ਕੀ ਮੱਕੇ, ਕੀ ਮਦੀਨੇ, ਕੀ ਜਗਨਨਾਥਪੁਰੀ ਦੇ ਮੰਦਿਰ ਚ, ਕੀ ਹਰਿਦੁਆਰ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਹਰ ਪਾਸੇ ਆਵਾਜ਼ ਇਹੀ ਆਂਦੀ, ਗੁਰੂ ਨਾਨਕ ਸਾਹਿਬ ਨੂੰ ਧੰਨ ਧੰਨ ਆਖਿਆ ਜਾ ਰਿਹਾ ਹੈ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ। ਇਸ ਸੰਸਾਰ ਤੇ ਵੱਡਾ ਪੁਰਖ ਪ੍ਰਗਟ ਹੋਇਆ ਹੈ, ਵੱਡਾ ਪੁਰਖ ਪ੍ਰਗਟਿਆ। ਕਲਯੁਗ ਅੰਦਰ ਜੋਤ ਜਗਾਈ, ਕਲਯੁਗੀ ਸਮੇਂ ਦੇ ਅੰਦਰ ਨਾਮ ਦੀ ਜੋਤ, ਹਰ ਪਾਸੇ ਨਾਮ ਨਾਲ ਜੋੜਨਾ ਕੀਤਾ, ਨਾਮ ਦੀਆਂ ਵਡਿਆਈਆਂ, ਵੱਡਾ ਪੁਰਖ ਪ੍ਰਗਟਿਆ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਜਿੱਥੇ ਗੁਰੂ ਨਾਨਕ ਸਾਹਿਬ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਸੋਵਾ। ਕੀਰਤਨ ਨਾਲ ਜੋੜੇ ਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਤੇ ਨਾ। ਕੀਰਤਨ ਕਰੋ ਭਾਈ, ਕੀਰਤੀ ਕਰੋ। ਤੁਸੀਂ ਕਿਰਤ ਤਾਂ ਕਰਦੇ ਹੋ, ਪਰ ਉਹ ਕਿਰਤ ਤੁਹਾਡੀ ਧੰਦਾ ਬਣ ਜਾਂਦੀ ਏ, ਤੇ ਧੰਦਾ ਕਰਤਿਆਂ ਨਿਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਵਸਾਇਆ। ਸੁੱਖ ਕਿਉਂ ਨਹੀਂ ਆਇਆ ਜਿਨ ਚ ਸੁੱਖਾਂ ਦਾ ਦਾਤਾ ਤਾਂ ਮਨ ਚ ਵਸਾਇਆ ਨਹੀਂ। ਮਨ ਚ ਵਸਣਾ ਚਾਹੀਦਾ ਸੁੱਖਾਂ ਦਾ ਦਾਤਾ। ਹੁਣੇ ਤੁਸੀਂ ਆਪ ਜੀ ਨੇ ਬਚਨ ਸ਼ਰਵਣ ਕਰਨੇ ਨੇ। ਵਾਹਿਗੁਰੂ ਕਿੱਥੇ ਨਹੀਂ ਹੈ। ਰਾਮ ਅੱਲਾ ਹਰ ਥਾਂ ਤੇ ਪਰਿਪੂਰਨ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਇੱਕ ਓੰਕਾਰ ਹੈ। ਉਹ ਇੱਕ, ਉਹਦੇ ਨਾਮ ਅਨੇਕਾਂ ਨੇ। ਰਾਮ ਵੀ ਉਹਦਾ ਨਾਮ ਹੈ, ਰਹੀਮ ਵੀ, ਅੱਲਾ ਵੀ, ਅਨੇਕਾਂ ਨਾਮ। ਉਹੀ ਗੁਰੂ ਨਾਨਕ ਸਾਹਿਬ 10ਵੇਂ ਜੰਮ ਚ ਫਰਮਾਉਂਦੇ, ਤਵ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਨ ਸੁਮਤ। ਤੇਰੇ ਸਾਰੇ ਨਾਮ ਕੌਣ ਵਰਣਨ ਕਰ ਸਕਦਾ ਹੈ? ਹਾਂ, ਸੁਮਤ ਪੁਰਖਾਂ ਨੇ, ਚੰਗੀ ਮੱਤ ਵਾਲੇ ਨੇ ਤੇਰੇ ਨਾਮ ਵਰਣਨ ਕੀਤੇ ਹਨ। ਤੂੰ ਦਇਆ ਕਰਦਾ, ਤੈਨੂੰ ਦਿਆਲੂ ਕਹਿਤਾ। ਤੂੰ ਪਾਲਣਾ ਕਰਦਾ, ਸਭ ਨੇ ਪਾਲਣਹਾਰ ਕਹਿਤਾ। ਤੂੰ ਸਭ ਦੀ ਰੱਖਿਆ ਕਰਦਾ, ਰਾਖਣਹਾਰ ਆਖ ਦਿੱਤਾ। ਤੇਰੇ ਕਰਮਾਂ ਨੂੰ ਦੇਖ ਕੇ ਤਵ ਸਰਵ ਨਾਮ ਕਰਮ ਨਾਮ, ਤੇਰੇ ਕਰਮਾਂ ਨੂੰ ਦੇਖ ਕੇ ਨਾਮ ਰੱਖੇ ਗਏ, ਅਨੇਕਾਂ ਨਾਮ। ਪਰ ਦੁਨੀਆ ਦੇ ਲੋਕ ਪਰਮੇਸ਼ਵਰ ਦੇ ਨਾਮ ਪਿੱਛੇ ਲੜਦੇ ਪਏ ਸਨ। ਮੇਰਾ ਰਾਮ ਵੱਡਾ, ਤੇਰਾ ਰਹੀਮ ਛੋਟਾ ਹੈ। ਲੜਾਈਆਂ ਹੁੰਦੀਆਂ। ਸਾਡੇ ਵੇਦ ਚੰਗੇ ਨੇ, ਤੁਹਾਡੇ ਕਿਤਾਬ ਮਾੜੇ ਨੇ। ਪਰ ਪਰਮੇਸ਼ਵਰ ਦੇ ਪਿਆਰਿਆਂ ਦੀ ਕਿਸੇ ਪ੍ਰਕਾਰ ਦੀ ਕਿਸੇ ਨਾਲ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਵਾਹਿਗੁਰੂ ਨਿਰਵੈਰ ਹੈ, ਅੱਲਾ ਨਿਰਵੈਰ ਹੈ। ਪਰਮੇਸ਼ਵਰ ਦੇ ਪਿਆਰੇ ਵੀ ਨਿਰਵੈਰ ਹਨ। ਇਹੀ ਆਵਾਜ਼ ਬੁਲੰਦ ਹੁੰਦੀ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਸਾਰਿਆਂ ਨਾਲ ਸਾਡੀ ਬਣੀ ਹੋਈ, ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਖੋਏ। ਕਿ ਹਿੰਦੂ ਚ ਉਸ ਦੀ ਜੋਤ ਨਹੀਂ, ਮੁਸਲਮਾਨ ਚ ਉਸ ਦੀ ਜੋਤ ਨਹੀਂ, ਸਾਰੇ ਚ ਉਸ ਦੀ ਜੋਤ ਹੈ, ਕਲ ਮਨੁੱਖਾਂ ਵਿੱਚ ਨਹੀਂ। ਹਰੇਕ ਜੀਵ ਜੰਤੂ ਅੰਦਰ ਉਸ ਦੀ ਜੋਤ ਹੈ। ਸਭਨਾ ਜੀਵ ਜੰਤੂ ਚ ਉਸ ਮਾਲਕ ਦੀ ਜੋਤ ਹੈ। ਉਹ ਇੱਕ ਹੈ।
ਉਹਦੇ ਨਾਮ ਅਨੇਕਾਂ ਨਾਮਾਂ ਪਿੱਛੇ ਲੜਾਈਆਂ ਨਾ ਪਾਵੋ, ਝਗੜੇ ਨਾ ਕਰੋ। ਚਾਹੇ ਕੋਈ ਮੱਕੇ ਜਾਂਦਾ ਪਿਆ, ਚਾਹੇ ਕੋਈ ਹਰਿਦੁਆਰ ਜਾਂਦਾ ਪਿਆ, ਅੱਜ ਆਖ ਲਈ ਗੁਰਦੁਆਰੇ ਆਉਂਦੇ ਕਿ ਵਾਹਿਗੁਰੂ ਕੇਵਲ ਗੁਰਦੁਆਰੇ ਦੇ ਅੰਦਰ ਹੈ, कि पार ब्रह्म परमेश्वर के मंदिर च है, कि अल्लाह के मसीह दे अंदर है। जे ये गल आपां समझांगे, ये मन्नांगे, फिर आपां गुरु के सिख नहीं हाँ। गुरु का सिख तो एक ओंकार नूं मनदा है, वो एक ओंकार है, सर्वव्यापक है। उस मालिक ने ऐसा चोज वरता है, एक अनेक व्यापक पूरक है, वो एक अनेक च व्यापक है, सर्वव्यापक है। एक अनेक व्यापक पूरक जत देखो तत सोई, मैं जिथे देखदा ओही ओही, जत देखो तत सोई। माया चित्र विचित्र में मोहित, पर परमेश्वर दी बनाई हुई माया वो बड़ी विचित्र है, बड़ी हैरान कर देने वाली है। उस परमात्मा ने संसार दी ऐसी तस्वीर बनाई है, मनुख तस्वीर नूं देखदा है, मूर्तियां नूं देखदा है, पर मूर्ति बनाने वाले नूं, मूर्ति च रहने वाले परमात्मा नूं भुल जांदा है। माया चित्र विचित्र विमोहित कर लिया। माया चित्र विचित्र विमोहित बिरला पूजा कोई, बिरला इस गल समझदा, एक ओंकार दी विचार नूं कोई बिरला समझदा है। की समझदा? सब गोबिंद है, सब गोबिंद है, सब गोबिंद है, सब गोबिंद है। सब पासे मेरा गोबिंद ही गोबिंद है, सब गोबिंद है, सब गोबिंद है, गोबिंद बिन नहीं कोई। सब मैं जोत, जोत है सोए, तिसदा चानन, सब मैं चानन खोए। ये सारे लड़ाई झगड़े मिटाए गुरु नानक साहब जी ने। मक्के च जाके, मदीने जाके, हरिद्वार जाके, जगन्नाथपुरी जाके सबना नूं परमेश्वर नाल जोड़िया। धर्म के नाम ते लड़ो ना, लड़ाई झगड़े ना करो। पंगते च बिठाया, इकट्ठे बैठ के भाई प्रसादा छकना है, इकट्ठे बैठ के उस मालक दे गुण गाउने हन। ओ वाहिगुरु सबना दे अंदर ओही उपदेश गुरु गोबिंद सिंह महाराज देहुरा मसीह सोई पूजा ओ निवाज होई। कोई देहरे च बैठ के पूजा करता पिया, कोई मसीह जाके नमाज अदा करता, ठीक है, उन्होंने ढंग वक्खो वखरे हैं। देहुरा मसीह सोई पूजा ओ निवाज होई। पर मच ना पवो, मानस की जात सब एक है पहचान वो। एक ओंकार दा मैसेज, एक ओंकार नाल जोड़िया गुरु नानक साहब ने। गुरु गोबिंद सिंह फरमाउंदे कलंगे इक्को नूं जपो, जागत जोत जपै निस बासुर, एक बिना मन नैक नानै, एक तो बिना दूजे नूं लैके ने हिरदे च एक नूं जपो भाई। जप साहिब दी बाणी जिन्हों आपां सत्कार नाल जप जी साहिब आखदे हां, एक नाल जोड़ रही है। जाप साहिब की बाणी परमेश्वर के 1037 नाम उस वर्णन किए गए। जाप साहिब की बाणी अंदर नमस्तों अकाले, नमस्तों कृपाले, नमस्तों अरूपे, नमस्तों अनूपे, नाम अनेका। गुरु गोबिंद सिंह की बाणी संस्कृत भाषा भी, ब्रज भाषा भी, गुरमुखी भी, हिंदी भी, फारसी भी, भाषावां दे नाम ते लड़ते सी। ये देवनागरी भाषा जी, ये अरबी भाषा जी, ये साडे धर्म की भाषा, ये तुहाडे धर्म की भाषा। धन गुरु कलगीधर पातशाह महाराज ने कितनियां भाषावां वरतियां, गुरु ग्रंथ साहिब दी पवित्र बाणी च कितनियां भाषावां वरतियां गईयां।
जितने भी संसारी मसले हैं, जितनियां लड़ाइयां झगड़ियां, सारे लड़ाइयां झगड़ियां का हल जिहड़ा है वो सतगुरु की बाणी ये बख्शिश कर दी है। नानक नाम चढ़दी कला, तेरे भाणे सरबत दा भला। पर धर्म के नाम ते लड़ाया जाता है, धर्म के नाम ते वहमां भरमां च पाया जाता है। ते धन गुरु नानक देव महाराज जी भरम के गढ़ नूं तोड़न वाले, गढ़ तोड़ता, किला तोड़ दिता गुरु नानक साहब ने। एडे वड्डे महाबली सूरमे गुरु नानक साहब जी सिंह की तरह गरजदे, सिंह बुके, मिर्गावली भन्नी जाए। जदों शेर गरजदा ते जिहड़ियां मिर्गां हन, जिहड़े हिरनां होर जानवर, वो सारों भाजणा पैंदियां ने। जिहड़े पखंड अपना करते पे सन, दंभ करते सन, धर्म के नाम ते लुट खसुट करते पे सन, सिंह बुकै, मिर्गावली भन्नी जाए, ना धीर धरोवा, उन्हां दा कोई धीरज नहीं फिर टिकिया, भजड़ा पै गया। प्यारिओ, गुरु नानक देव महाराज ने भरमगढ़ नूं तोड़िया, सो सतगुर धन धन जिन हर सिओ जोड़िया, सो सतगुर धन धन जिन भरमगढ़ तोड़िया। ते ओही गुरु नानक देव महाराज जी धन गुरु अमरदास महाराज के रूप में अज भी भरमगढ़ नूं तोड़ते पे। भाई अदली जी आए, कहन लगे धन गुरु अमरदास महाराज जी, मैं बड़ी भावना दे नाल घर च ब्राह्मणां नूं बुलाया, पकवान तैयार कीते, प्रशादा पानी तैयार किया, छकन लगे सन ब्राह्मण भोजन। ते दाई ने आके आख्या, भाई अदली जी तुहानूं वधाइयां होण, तुहाडे घर बच्चे का जन्म होया। उसे छिन ही ब्राह्मण ने उत्थे धरी धराई थाल रख दी, भोजन छड़ता। कहणगे भाई अदली, तेरे घर तां एक अन्न का दाना भी खाना साडे से पाप वे, असीं भ्रिष्ट जावांगे, साडा जीवन बर्बाद हो जाएगा। क्यों जी? कहणगे तैनूं पता नहीं, तेरे घर बच्चे का जन्म है, सूतक आ गया, सूतक। क्योंकि विपर की रीत अनुसार जे ब्राह्मण घर बच्चा पैदा होता है तो उस घर च 13, कई ने 12 दिन सूतक रहिंदा है। ते खतरी के घर 13 दिन, वैश्य के घर 17 दिन सूतक रहिंदा है। ते शूदर के घर तो 30 दिन ही, भाव महीना, सारी जिंदगी सूतक के घर च कभी साक, जिहड़ा शूदर जिन्हों नीवीं जात दा शूदर आख्या गया, उनके घर सदा सूतक ही सूतक रहिंदा है। जदों कोई घर च मर जाता है, ब्राह्मण के घर इतने दिन पातक, जदों मरदा उदों पातक कह देंदे ने, अपवित्र हो गया जी घर, इत्थे पातक आ गया। खतरी के घर इतने दिन पातक रहिंदा है, वैश्य के घर इतने दिन पातक रहिंदा, शूदर के घर तो सदा पातक ही पातक है, अपवित्र ही अपवित्र है घर उनका। उत्थों भोजन नहीं छकना। धन गुरु अमरदास जी, भाई अदली जी बेनती कर लगे, सतगुरु जी मैं तो भोजन बड़े भाव नाल तैयार किया, छड्ड के चले गए, हुण बनेगा कि? मैं बड़ा दुखी हाँ, भोजन तैयार किया छकण वास्ते, छक्या नहीं उन्होंने। धन गुरु अमरदास ने उस समय कहंगे, तुहानूं की लोड़ पई सी ब्राह्मणां नूं बुलाउण दी? उहदा धर्म के नाम ते लुट्टी जांदे, तुसीं क्यों बुलाया? जाओ गुरु के सिखो, जाके तुसीं प्रशादा छक के आओ, तैयार है प्रशादा। गुरसिखां ने जाके प्रशादा छक लिया, ब्राह्मणां नूं पता लग गया, ब्राह्मण इकट्ठे होके आ गए, ए गुरु अमरदास जी तुसीं गुरु हो, ते गुरु होके तुसीं एक ही काम करते पे, सूतक पातक नूं मनदे नहीं। ते धन गुरु अमरदास ने उस समय यह शब्द उच्चारण किया सी। उन्हां पंडितां नूं, उच्ची जात दा अहंकार करने वाले नूं उपदेश बख्शिश किया, जिद्दां गुरु नानक साहब दे रोज आपां बचन पढ़दे हां आसा की वार च, जेकर सूतक मन्निए सब ते सूतक होए। तुसीं आखदे हो जिस घर च बच्चे का जन्म है उत्थे कीटाणु आ गए ने, वो घर अपवित्र हो गया है।
ਉਹ ਐਸੇ ਜੀਵ ਆਗੇ, ਜੀਵ ਦੇ ਜੰਮਣ ਨਾਲ, ਜੀਵ ਦੇ ਮਰਨ ਨਾਲ ਪਾਤਕ ਹੋ ਗਿਆ, ਐਸੇ ਕੀਟਾਣੂ ਆਗੇ, ਇਹ ਘਰ ਅਪਵਿੱਤਰ ਹੋ ਗਿਆ ਹੈ। ਜੇ ਤੁਹਾਡੇ ਕਹੇ ਅਨੁਸਾਰ ਸੂਤਕ ਮੰਨ ਲਈਏ ਤੇ ਹਰ ਪਾਸੇ ਸੂਤਕ ਹੀ ਸੂਤਕ ਹੈ ਭਾਈ। ਜੇਕਰ ਸੂਤਕ ਮੰਨੀਏ, ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਕੋਏ। ਗੋਬਰ ਦੀਆਂ ਪਾਥੀਆਂ ਉਸਨੇ ਬਾਲੀਆਂ ਜਾਂਦੀਆਂ, ਲੱਕੜੀ ਘਰ 'ਚ ਅੰਨ ਤਿਆਰ ਕਰਨਾ, ਅੰਨ ਪਕਾਣਾ, ਭੋਜਨ ਤਿਆਰ ਕਰਨਾ, ਉੱਥੇ ਚੁੱਲ੍ਹੇ 'ਚ ਲੱਕੜਾਂ ਡਾਣੀਆਂ, ਗੋਬਰ ਦੀਆਂ ਪਾਥੀਆਂ ਡਾਣੀਆਂ। ਕਿਉਂਕਿ ਗੋਬਰ ਦੀਆਂ ਪਾਥੀਆਂ 'ਚ ਹੀ ਜੀਵ ਨੇ ਛੋਟੇ ਛੋਟੇ। ਜਦੋਂ ਅੱਗ ਲੱਗਦੀ ਏ ਉਹ ਮਰਦੇ ਨੇ। ਤੁਸੀਂ ਆਖਦੇ ਜੀਵ ਦੇ ਮਰਨ ਨਾਲ ਪਾਤਕ ਹੋ ਜਾਂਦਾ ਹੈ। ਛੋਟੇ ਛੋਟੇ ਜੀਵ, ਇਹ ਜੀਵਾਣੂ, ਇਹਨਾਂ ਕਰਕੇ ਇਹ ਸੂਤਕ ਹੈ ਜੀ। ਗੋਹੇ ਅਤੇ ਲੱਕੜੀ ਅੰਦਰ ਕੀੜਾ ਕੋਏ। ਗੋਹੇ ਅੰਦਰ ਵੀ, ਲੱਕੜੀ ਅੰਦਰ ਵੀ। ਹੋਰ ਤਾਂ ਜੇਤੇ ਦਾਣੇ ਅੰਨ ਕੇ, ਜਿਤਨੇ ਤੁਸੀਂ ਦਾਣੇ ਛਕਦੇ ਛਕਾਉਂਦੇ ਪਿਓ ਨਾ, ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਈ, ਇਹ ਵੀ ਜੀਵਨ। ਤੁਸੀਂ ਆਪ ਤਾਂ ਆਖਦੇ ਹੋ ਇਹ ਉਤਪਜ ਖਾਣੀ ਹੈ। 4 ਤਰ੍ਹਾਂ ਦੀਆਂ ਖਾਣੀਆਂ ਤੁਸੀਂ ਆਖਦੇ ਹੋ। ਅੰਡੇ ਰਾਹੀਂ ਪੈਦਾ ਹੋਣ ਵਾਲੇ ਜੀਵ, ਇਹ ਮੱਛੀਆਂ, ਇਹ ਕੁੜਕਲੀ, ਇਹ ਚੂਚੇ, ਇਹ ਮੁਰਗੀਆਂ ਦੇ ਬੱਚੇ, ਇਹ ਪੰਛੀਆਂ ਦੇ ਬੱਚੇ ਅੰਡੇ ਰਾਹੀਂ ਪੈਦਾ ਹੁੰਦੇ। ਪਸੀਨੇ ਰਾਹੀਂ ਪੈਦਾ ਹੋਣ ਵਾਲੀ ਸੇਤਜ ਖਾਣੀ ਜਿਹੜੀ ਹੈ, ਇਹ ਜੂਆਂ ਹਨ, ਇਹ ਖਟਮਲ ਹਨ। ਕਈ ਜੀਵ ਪਸੀਨੇ ਰਾਹੀਂ ਪੈਦਾ ਹੁੰਦੇ, ਉਹ ਸੇਤਜ ਖਾਣੀ। ਜਿਹੜੇ ਧਰਤੀ ਸੀਨੇ ਨੂੰ ਪਹਾੜ ਕੇ ਉਗਦੇ ਪਏ ਇਹ ਵ੍ਰਿਕਸ਼, ਇਹ ਬਨਸਪਤੀ, ਇਹ ਵੀ ਇੱਕ ਖਾਣੀ ਤੁਸੀਂ ਮੰਨਦੇ ਹੋ। ਤੁਸੀਂ ਤਾਂ 4 ਖਾਣੀਆਂ ਦੀ ਗੱਲ ਕਰਦੇ ਹੋ। ਜਿਹੜੇ ਜਿਰ ਜੀ, ਇਹ ਮਨੁੱਖ ਹੋ ਗਏ, ਪਸ਼ੂ ਹੋ ਗਏ, ਜਿਹੜੇ ਮਾਂ ਦੀ ਕੁੱਖ 'ਚ, ਫਿਰ ਜਿਰ ਚਿੱਲੀਦਾਰ ਜੀਵ। ਤੇ ਗੁਰੂ ਨਾਨਕ ਸਿੰਘ ਨੇ ਤਾਂ ਗਿਆਨ ਖੰਡ 'ਚ ਬਚਨ ਕੀਤਾ, ਕਹਿੰਗੇ ਕਿ 4 ਖਾਣੀਆਂ ਨਹੀਂ, ਇੱਥੇ ਕੇਤੀਆਂ ਖਾਣੀ, ਕੇਤੀਆਂ ਬਾਣੀ, ਗਿਣਤੀ ਨਹੀਂ, ਕੇਤੀਆਂ 'ਚ ਬਚਨ ਵਰਤ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ। ਫਿਰ ਬਚਨ ਫਰਮਾਇਆ, ਕਹਿਣ ਲੱਗੇ ਦੇਖੋ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਹੋਰ ਗੱਲ ਛੱਡੋ, ਇਹ ਜੀਵ ਦਾਣੇ, ਇਹ ਜੀਵ ਹਨ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਪਾਣੀ ਵੀ ਇੱਕ ਜੀਵ ਹੈ। ਹੁਣ ਤਾਂ ਮੰਨਦੇ ਨਾ, ਜਦੋਂ ਆਪਾਂ ਦਹੀਂ ਖਾਂਦੇ ਹਾਂ, ਜੇ ਮਾਈਕਰੋਸਕੋਪ ਨਾਲ ਦੇਖੀਏ ਤੇ ਕਿਤਨੇ ਛੋਟੇ ਛੋਟੇ ਜੀਵ ਦਿਖਦੇ ਹਨ। 500 ਗੁਣਾ ਵੱਡਾ ਕਰਨ ਤੇ ਦਿਖਾਈ ਦਿੰਦੇ। ਚਲਗੇ ਹਰ ਪਾਸੇ ਜੀਵ ਹੀ ਜੀਵ। ਪਵਨ ਵਿੱਚ ਵੀ ਸੂਤਕ ਹੈ। ਇਹ ਜਿਹੜਾ ਸੂਤਕ ਪਾਤਕ ਤੁਸੀਂ ਮੰਨੀ ਬੈਠੇ ਹੋ ਨਾ, ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਅੱਗੇ ਫਿਰ ਬਚਨ ਕਹਿਣਗੇ, ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੈ ਤੋਏ। ਇਹ ਸੂਤਕ ਇਦਾਂ ਨਹੀਂ ਉਤਰਦਾ, ਤੁਹਾਡੀ ਅਪਵਿੱਤਰਤਾ ਇਦਾਂ ਨਹੀਂ ਜਾਣੀ। ਇਹ ਗੁਰੂ ਦੇ ਗਿਆਨ ਰਾਹੀਂ ਜਾਣੀਏ, ਇਹ ਪਰਮੇਸ਼ਵਰ ਦੇ ਨਾਮ ਨਾਲ ਜਾਵੇਗੀ ਇਹ ਅਪਵਿੱਤਰਤਾ। ਗੁਰੂ ਨਾਨਕ ਸਿੰਘ ਨੇ ਇਹੀ ਸਿੱਕਾ ਚਲਾਇਆ, ਮਾਰਿਆ ਸਿੱਕਾ ਜਗਤ 'ਚ। ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਜਿਹੜਾ ਮੈਲ ਤੋਂ ਰਹਿਤ ਹੈ। ਉਸ ਪੰਥ ਦਾ ਪੰਥੀ ਉਹੀ ਹੈ ਜਿਹਨੇ ਜੀਵਨ ਦਾ ਆਧਾਰ ਨਾਮ ਹੈ। ਠੀਕ ਹੈ, ਬਾਹਰੋਂ ਆਪਾਂ ਧਰਮ ਦਾ ਲਿਬਾਸ ਪਹਿਨ ਲੈਂਦੇ ਆ, ਬਾਣਾ ਪਹਿਨਣਾ, ਪਰ ਗੁਰੂ ਨਾਨਕ ਨੇ ਬਾਣਾ ਪਹਿਲਾਂ ਨਹੀਂ ਪਵਾਇਆ। 230 ਸਾਲ ਬਾਅਦ 5 ਕਕਾਰਾਂ ਦੀ ਵਰਦੀ ਪਹਿਨਾਈ। 1469 ਗੁਰੂ ਨਾਨਕ ਦਾ ਆਗਮਨ ਹੁੰਦਾ ਹੈ ਤੇ 1699 ਦੀ ਵਿਸਾਖੀ ਵਾਲੇ ਦਿਨ ਕਹਿਣ ਲੱਗੇ, ਬਾਣੀ ਅੰਦਰ ਵਸ ਗਈ ਏ, ਹੁਣ ਬਾਣਾ ਵੀ ਧਾਰਨ ਕਰੋ ਸ਼ੇਰਾਂ ਵਾਲਾ। ਬਾਣਾ ਵੀ ਜ਼ਰੂਰੀ ਏ। ਇੱਥੋਂ ਹੀ ਭਾਈ ਜੈਤਾ ਜਦੋਂ ਸੀਸ ਲੈ ਕੇ ਗਏ ਸਨ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਸੀ, ਭਾਈ ਜੈਤਿਆ, ਜਦੋਂ ਪਿਤਾ ਜੀ ਦੀ ਮਹਾਨ ਸ਼ਹਾਦਤ ਹੋਈ, ਸਾਨੂੰ ਦੱਸ ਉੱਥੇ ਕਿਤਨੇ ਕੁ ਸਿੱਖ ਸਨ? ਤੇ ਭਾਈ ਜੈਤਾ ਕਹਿੰਦੇ, ਸਿੱਖ ਤਾਂ ਬਹੁਤ ਹੋਣਗੇ, ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਕਿਉਂਕਿ ਔਰੰਗਜ਼ੇਬ ਦਾ ਇਹ ਹੋਕਾ ਸੀ, ਸਾਰੇ ਆ ਕੇ ਦੇਖੋ, ਜਿਹੜਾ ਮੇਰੀ ਈਨ ਨਹੀਂ ਮੰਨਦਾ ਉਹਦਾ ਮੈਂ ਕੀ ਖਸ਼ਰ ਕਰਾਂਗਾ। ਉਹਦੇ ਟੁਕੜੇ ਕੀਤੇ ਜਾਣਗੇ, ਸਰੀਰ ਦੇ 4 ਟੁਕੜੇ ਕੱਟ ਕੇ, ਚੌਹਾਂ ਦਿੱਲੀ ਦੇ ਗੇਟਾਂ ਦੇ, ਅਜ਼ਮੇਰੀ ਗੇਟ, ਕਸ਼ਮੀਰੀ ਗੇਟ, ਇਹਨਾਂ ਗੇਟਾਂ ਦੇ 4 ਟੁਕੜੇ ਗੁਰੂ ਤੇਗ ਦੇ ਸਰੀਰ ਦੇ ਟੰਗੇ ਜਾਣਗੇ ਤਾਂ ਕਿ ਦਹਿਸ਼ਤ ਮਚ ਜਾਵੇ। ਪਰ ਗੁਰੂ ਕੇ ਸਿੱਖ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਵਸਦਾ, ਉਸ ਦੇਹੀ ਦਾ ਕਿੱਦਾਂ ਅਪਮਾਨ ਹੋਣ ਦੇਣਗੇ?
अपनी जान की परवाह ना करते हुए भाई लक्की शाह वंजारा ने भी सेवा की, वड्डी कुर्बानी की। इधर भाई जैता जी 5 दिन सफर तय करते खोए शीस लैके पहुंच गए श्री आनंदपुर से धरती ते धन गुरु ते गुरु कलगीधर पातशाह ने पूछा दासता से कितने कुछ सिख? कहलेंगे दाता जी होंगे सिख बहुत तात च, पर मैं पहचान नहीं सकिया। कोई वखरी पोशाक, कोई वखरा लिबास नहीं, कोई वखरा बाणा नहीं, कोई वखरा स्वरूप नहीं। ते गुरु कलगीधर पातशाह ने वचन किए समा आवेगा ऐसा बाणा, ऐसा सुंदर निराला स्वरूप बख्शांगे तू हजारां दे इकट्ठ च पहचान नहीं सकिया। लखां करोड़ां च खड़ा इकल्ला सिख इस तरह पहचानिया जाएगा जिद्दां कलंगे हजारां भेडे च खड़ा होया शेर पहचानिया जाता है। जिस तरीके हजारां लखां पंच च खड़ा मोर पहचानिया जाता है, हंस पहचानिया जाता है, खोते च खड़ा होया घोड़ा पहचानिया जाता है। ये वख-वख दृष्टांत ते कलंगे ऐसा निराला स्वरूप खालसे नूं बख्शिश करांगे। प्यारिओ बाणा भी बख्शिश किया गुरु कलगीधर पातशाह महाराज ने। बाणी बाणा पंख पहचानो, गुरु का सिख पंख ही जानो। ये बाणी ते बाणा साडे पंखन, बाणी भी धारण करनी है, तन ते बाणा भी धारण करना है, दोनों जरूरी पाई। पर बाणी का जीवन च आधार होवे फिर गुरु कलगीधर पातशाह ने दिखाया सीगा खोते उपर शेर की खल पा के कि साखी प्रगट की। कलंगे ना होवे कि अंदर खोते वाली बिरती होवे ते बाहरों शेरां वाला बाणा पहनिया होवे। खबरदार भी किया, चेतावनी दी, सुचेत किया। कहण तो भाव ये तुरदरगाही बाणी, ये बाणी का जिहड़ा सिद्धांत है, ये सिद्धांत जीवन च धारण करना। हुण सतगुरु ने सूतक पात्र की गल की, भाव वहमां भरमां दे विच नहीं आपां पैना। कई बार आपां सिख हो के वहमां भरमां च पैने, आपनूं कहाउंदे सिख वां ते सतगुरु दा वचन भरम भीखते रह नियारा सो खालस सतगुरु हमारा। गुरु ने सानूं शेर बनाया है, दूजे पासे वहमां भरमां च दुनिया पई हुई है। PhD की हुई है, वकालत की, इंजीनियरिंग की हुई है, पर फिर भी विपरन की रीत के अनुसार वहमां भरमां च पे होए। घरों निकले किसी काम लई, अगों बिल्ली आ गई। हाय बिल्ली ने रस्ता कट दिता, मेरा तो काम नहीं बनना। PhD की, इंजीनियरिंग की, वकालत पढ़ी, पढ़िया लिखा है, पर पढ़िया लिखा भी अनपढ़ वहमां भरमां च पिया होया है। पिछे खोता बोल पे, किसी ने निछ मारती, पिछों किसी ने आवाज मारती, हुण मेरा काम नहीं बनना। बिल्ली तो भाई चूहा डरदा ते आपां भी चूहे की तरह सां, वहमां भरमां च पे डरदे सां। बिल्ली ने रस्ता कट दिता है, पर गुरु गोबिंद सिंह महाराज ने सानूं बब्बर शेर बनाता। कहणगे भरम भेखते रह नियारा सो खालस सतगुरु हमारा। वहमां भरमां चों कढ़ता। अज ही गुरु अमरदास महाराज जी ओही जोत है, 10वें जामे च ओही जोत धन गुरु अमरदास जी तीसरे जामे च बचन फरमाउंदे पए हन। ते कहणगे जदों अदली जी भाई आए, उन्हां नूं बचन कीता, उन्हां दे घर जाके प्रसादा पानी छकिया। जिहड़े पंडित आए सन, कहणगे तुसीं सूतक पातक नहीं मनदे, कहणगे इन्हां वहमां भरमां च असीं नहीं पैंदे भाई। ते समा ऐसा बनिया गुरु अर्जन देव महाराज जी वेले भाई जैता जी, भाई नंदा जी, भाई पिरागा जी ये आए। कहणगे सतगुरु साडा किरपा करो, सानू उपदेश दो। कहणगे अपनी इंद्रियां नूं संकोच करना, नाम जपो परमेश्वर दा, वाहिगुरु वाहिगुरु जपिया करो, बैठिया करो चौंकड़े मार के। जो इस तरह अंदर खेड़ वरतेगी, अंदर अजप्पा जाप चल पेगा, फिर हाथ पांव कर काम सब चीत निरंजन नाल। कीर्तन ही छड़नी, अपने काम धंधे करते हुए भी हाथ पांव कर काम सब चीत निरंजन नाल। क्योंकि गुरु की बंद उपदेश है, कर बंदे तू बंदगी जिचर घट मैसा। जब तक अंदर स्वाद चलते बंदगी करनी है। गुरु के खालसे ने जागत जोत जपै निस बासुर, निस वेले रात वेले भी बासुर, दिन वेले भी जपना, अंदर अजप्पा जाप चले।
ਪਰ ਉਹਦੇ ਲਈ ਜ਼ਰੂਰੀ ਅੰਮ੍ਰਿਤ ਲਈ ਉੱਠਣਾ, ਸਤ ਸੰਗਤ ਨਾਲ ਜੁੜਨਾ, ਬਾਣੀ ਨਾਲ ਜੁੜਨਾ। ਤੇ ਪਿਆਰੋ ਫਿਰ ਅੰਦਰ ਖੇਡ ਵਰਦੀਏ, ਫਿਰ ਵਹਿਮ ਭਰਮ ਆਪਣੇ ਆਪ ਦੂਰ ਹੋ ਜਾਂਦੇ। ਤੇ ਸਤਿਗੁਰ ਨੇ ਬਖਸ਼ਿਸ਼ ਕੀਤੀ। ਇੱਥੇ ਅੱਜ ਬਚਨ ਫਰਮਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਸਤਿਗੁਰ ਸੇਵਿਆ ਸੂਤਕ ਜਾਏ। ਭਾਈ ਜਦੋਂ ਸਤਿਗੁਰ ਦੀ ਸ਼ਰਨ ਆ ਗਏ, ਸਤਿਗੁਰ ਦੀ ਸੇਵਾ, ਸਤਿਗੁਰ ਦੀ ਜਿਹੜੀ ਸੇਵਾ, ਸਤਿਗੁਰ ਦਾ ਬਚਨ ਮੰਨਣਾ, ਅਨੇਕਾਂ ਪ੍ਰਕਾਰ ਦੀ ਸੇਵਾ ਭਾਈ। ਝੂਠੇ ਬਰਤਨ ਮਾਜਨੇ, ਜੋੜੇ ਘਰ ਸੇਵਾ ਕਰਨੀ। ਇੱਥੇ ਸੇਵਾ ਸਿੱਖਣ ਆਣੀ ਹੈ। ਫਿਰ ਸੇਵਾ ਕਿੱਥੇ ਕਿੱਥੇ ਕਰਨੀ? ਕਹਾਂਗੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਨ ਪਾਈ ਹੈ। ਦੁਨੀਆ 'ਚ ਰਹਿੰਦੇ ਸੇਵਾ ਹੀ ਕਰਨੀ ਭਾਈ। ਤੂੰ ਆਪਣੇ ਨੌਕਰੀ ਕਰਦਾ, ਇਮਾਨਦਾਰੀ ਨਾਲ ਨੌਕਰੀ ਕਰੀ, ਰਿਸ਼ਵਤਖੋਰੀ ਨਾ ਕਰੀ, ਪਿਆਰ ਨਾਲ ਸਭ ਨਾਲ ਬੋਲ, ਮਿੱਠਾ ਬੋਲ, ਨਿਮਰਤਾ ਨਾਲ ਬੋਲ। ਇਹ ਤੇਰੀ ਸੇਵਾ ਹੈ। ਐਵੇਂ ਲੋਕਾਂ ਦੇ ਚੱਕਰ ਨਾ ਕਢਾਈ ਜਾ, ਤੇਰਾ ਕੰਮ ਕੱਲ ਕਰ ਦੇਵਾਂਗਾ, ਕੱਲ ਕਰ ਦਾਂਗਾ। ਭਾਵੇਂ ਤੂੰ ਗੁਰਦੁਆਰੇ ਆਣਾ, ਮੰਦਰ ਜਾਣਾ, ਪੂਜਾ ਬੜੀ ਕਰਦਾ, ਪਰ ਆਪਣੀ ਕਿਰਤ ਕਰਦੇ, ਹੇਰਾ ਫੇਰੀਆਂ ਕਰਦਾ, 2 ਨੰਬਰ ਦੀਆਂ ਕਮਾਈਆਂ ਕਰਦਾ, ਕੋਈ ਫਿਰ ਲਿਖੇ ਨਹੀਂਗਾ। ਤੇਰੀ ਕਿਰਤ 'ਚ ਬਾਬੇ ਨਾਨਕ ਜੀ ਨੇ ਇਹੀ ਸਾਨੂੰ ਸਮਝਾਣਾ, ਤੇਰਾ ਤੇਰਾ ਕਰਕੇ ਤੋਲਿਆ। ਸੁਲਤਾਨਪੁਰ ਆਪਣੀ ਕਿਰਤ ਕਮਾਈ ਕਰਦੇ ਵੀ ਉਸ ਮਾਲਕ ਨੂੰ ਭੁਲਾਣਾ ਨਹੀਂ, ਹੇਰਾ ਫੇਰੀ ਨਹੀਂ ਕਰਨੀ, ਧਰਮ ਦੀ ਕਿਰਤ ਕਮਾਈ ਕਰਨੀ ਹੈ, ਵੰਡ ਕੇ ਛਕਣਾ, ਨਾਮ ਜਪਣਾ ਹੈ ਭਾਈ। ਇਹ ਵੱਡੀ ਸੇਵਾ। ਸਤਿਗੁਰ ਸੇਵਿਆ ਸੂਤਕ ਜਾਏ। ਫਿਰ ਸੂਤਕ ਚਲਾ ਜਾਂਦਾ ਹੈ। ਫਿਰ ਕਿਸੇ ਪ੍ਰਕਾਰ ਦੀ ਅਪਵਿੱਤਰਤਾ ਨਹੀਂ, ਅੰਦਰੋਂ ਮਨ ਦੀ ਮਲੀਨਤਾ ਦੂਰ ਹੁੰਦੀ ਹੈ। ਮਨ 'ਚ ਹੀ ਸੂਤਕ ਹੈ ਜੀ। ਮਨ ਕਾ ਸੂਤਕ ਲੋਭ ਹੈ। ਮਨ 'ਚ ਲੋਭ ਲਾਲਚ ਸੂਤਕ ਹੈ ਭਾਈ। ਅੰਦਰ ਅਪਵਿੱਤਰਤਾ ਹੈ, ਇਹੀ ਸੂਤਕ ਹੈ। ਮਨ ਕਾ ਸੂਤਕ ਲੋਭ ਹੈ। ਜੇਵਾ ਸੂਤਕ ਕੂੜ। ਰਸ ਨਾਲ ਜੇਵਾ ਨਾਲ ਝੂਠ ਬੋਲਦਾ ਮੈਂ, ਜੇਵਾ ਦੇ ਉੱਪਰ ਤੇਰੇ ਸੂਤਕ ਬੈਠਾ ਹੋਇਆ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਅੱਖੀ ਸੂਤਕ ਵੇਖਣਾ, ਅੱਖਾਂ ਨਾਲ ਵੇਖਦਾ ਸੰਸਾਰ ਨੂੰ। ਦੇਖ, ਗੁਰਸਿੱਖ ਦੇਖਣ ਨੂੰ ਮਨਾ ਨਹੀਂ ਕਰਦੇ, ਪਰ ਤੂੰ ਇਸਤਰੀਆਂ ਨੂੰ ਦੇਖਦਾ, ਮਾੜੀ ਨਿਗਾਹ ਨਾਲ ਦੇਖਦਾ ਪਿਆ, ਤੇਰੀਆਂ ਅੱਖਾਂ 'ਚ ਸੂਤਕ ਆ ਗਿਆ ਹੈ। ਦੇਖ ਇਸਤਰੀਆਂ ਨੂੰ, ਪਰ ਤੇਰੇ ਅੰਦਰ ਭਾਵਨਾ ਵੇ। ਦੇਖ ਪਰਾਈਆਂ ਚੰਗੀਆਂ, ਪਰਾਈਆਂ ਇਸਤਰੀਆਂ ਨੂੰ ਦੇਖਣਾ, ਉਹਨਾਂ ਨੂੰ ਚੰਗੀਆਂ ਕਰਕੇ ਜਾਣਨਾ। ਕੀ ਜਾਣਨਾ ਹੈ? ਜਿਹੜੀ ਵੱਡੀ ਹੈ ਮੇਰੀ ਮਾਂ ਹੈ ਭਾਈ, ਜਿਹੜੀ ਮੇਰੇ ਤੋਂ ਛੋਟੀ। ਹਰੇਕ ਇਸਤਰੀ ਭਰਾਈ ਇਸਤਰੀ ਜਿਹੜੀ ਹੈ, ਇੱਕ ਆਪਣੀ ਇਸਤਰੀ ਹੈ ਨਾ ਘਰ ਵਾਲੀ, ਜਿਹੜੀ ਪਰਾਈ ਹੈ ਉਹ ਜਿਹੜੀ ਛੋਟੀ, ਉਹਨੂੰ ਧੀ ਕਰਕੇ ਜਾਣਨਾ, ਬਰਾਬਰ ਦੀ ਨੂੰ ਭੈਣ ਕਰਕੇ ਜਾਣਨਾ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਹੁਕਮਨਾਮੇ ਦੇ ਬਚਨ, ਰਹਿਤਨਾਮੇ ਬਚਨ ਮਿਲਦੇ ਨੇ। ਪਰ ਬੇਟੀ ਕੋ ਬੇਟੀ ਜਾਣਨਾ, ਆਪਣੀ ਇਸਤਰੀ ਸਿਉਰਤ ਵੰਡਣਾ। पर बेटी को बेटी जानना है, पर स्त्री को मात वखाना है। अपनी स्त्री सुरत होई, रहतवान गुरु का सिख सोई। वो रहतवान गुरु का सिख वे जिहड़ा इन्हां बचनां नूं मनदा है। ए मनुख तू आखदा मेरे घर सूतक आ गया, नहीं, तेरियां अखां च सूतक है। जदों पराए रूप नूं मंदी भाव नाल देखदा, अखी सूतक वेखना, परतरे परतां रूप, कन्नी सूतक। तेरे कंन च सूतक आ गए, अपवित्रता आ गई। कन्नी सूतक कंन पर लायत बारी खाए, निंदिया चुगली बड़े ध्यान नाल सुनदा पिया, झूठियां गल्लां सुनदा पिया, तेरे कन्ने च सूतक वड़िया पिया। ये सूतक जांदा कहेंगे सतगुर सेविया सूतक जाए। ये अपवित्रता, मलीनता, गंदगी, जदों सतगुर की सेवा करेगा, सतगुर का बचन मनेगा, तां जाएगा। मरे न जन्मै काल न खाए, तू इतना पवित्र हो जाएगा, तेरी इतनी उच्ची अवस्था बन जाएगी, तू मरेगा नहीं। शरीर करके तो आप मरना ही मरना ना, पर जिहड़े शब्द राही पहला मर जाते, अपनी मैं मेरे नूं छड्ड दिंदे ने ना, वो फिर सच्चा जीवन। शब्द मरो फिर जीवो साधी, तां फिर मरना कोई। और फिर कभी मरते नहीं। ब्रह्म ज्ञानी सद जीवै नहीं मरता। गुरु नानक से तो अमर ने पाई, मेरा सतगुर तो अमरे। सतगुर मेरा सदा सदा ना आवे ना जाए, ओह अविनाशी पुरख है, सब मेरे समाए। गुरु तेग बहादुर ने सोचा सी औरंगजेब ने मैं मार देवांगा,
ਗੁਰੂ ਤੇਗ ਬਹਾਦਰ ਜੀ ਨੂੰ ਕੋਈ ਦੁਨੀਆ ਦੀ ਤਾਕਤ ਮਾਰ ਨਹੀਂ ਸਕਦੀ। ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ, ਭਾਈ ਇਹ ਨਾ ਸੋਚਣਾ ਕਿ ਗੁਰੂ ਤੇਗ ਬਹਾਦਰ ਜੀ ਦੇ ਧਾੜੇ ਸ਼ਰੀਰ ਦਾ ਸੰਸਕਾਰ ਕੀਤਾ ਗਿਆ ਲੱਖੀ ਸ਼ਾਹ ਵਣਜਾਰਾ ਜਿੱਥੇ ਅਸਥਾਨ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਨਾ, ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਅਨੰਦਪੁਰ ਸਾਹਿਬ ਧਰਤੀ, ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ ਅੱਜ ਵੀ। ਕਹਿੰਗੇ ਇਹ ਨਾ ਸੋਚੋ ਗੁਰੂ ਤੇਗ ਬਹਾਦਰ ਜੀ ਚਲੇ ਗਏ, ਉਹਨਾਂ ਦੀ ਕਹਾਣੀ ਖਤਮ ਹੋ ਗਈ। ਉਹ ਤਾਂ ਅਮਰ ਨੇ ਭਾਈ, ਤੁਸੀਂ ਸਿਮਰੋ, ਯਾਦ ਕਰੋ, ਧਿਆਨ ਧਰੋ। ਜਦੋਂ ਧਿਆਨ ਧਰੋਗੇ ਹਰ ਥਾਂ ਤੇ ਤੁਹਾਡੇ ਸਹਾਈ ਹੋਣਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ। ਅੱਜ ਵੀ ਤੁਹਾਡੀਆਂ ਝੋਲੀਆਂ ਭਰਦੇ ਨੇ ਨਾ, ਭਰਦੇ, ਸਦਾ ਭਰਦੇ ਰਹਿਣਾ ਹੈ। ਗੁਰੂ ਤਾਂ ਜੁਗੋ ਜੁਗ ਅਟਲ ਹੈ, ਗੁਰੂ ਤੇਗ ਬਹਾਦਰ ਜੀ ਜੁਗੋ ਜੁਗ ਅਟਲ ਨੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਇਸੇ ਤਰੀਕੇ ਗੁਰੂ ਗੋਬਿੰਦ ਸਿੰਘ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਭ ਥਾਈ ਹੋਏ ਸਹਾਏ। खंडा जाके हाथ में कलगी सो है शीस, सो हमरी रक्षा करे। गुर कलगी तर जगदीश सदा साडी रक्षा करे, सदा साडे नाल हन। ये विश्वास आ जाए गुरु नानक साहब संसार ते आए पर गए नहीं हन। सो सतगुर प्यारा मेरे नाल है, जिथे किथे मैनू ले छड़ाई। बाबर झुकण वाला नहीं, किसे अगे नहीं झुकदा बाबर, पर बाबर नूं झुकना पैंदा, बाबर नूं बार बार मुआफियां मंगणियां पैंदियां ने। जिहड़ा सच दी आवाज़ बुलंद करदा है, सच की बाणी नानक आखे सच सुनाई सी, सच की बेला धन गुरु नानक साहब जी। बाबर नूं झुकना पिया, हुमायूं नूं झुकना पिया, अकबर भी जाके मत्था टेकदा रहा। जहांगीर बादशाह नूं ईन मननी पई, धन गुरु हरगोबिंद जी तुहाडी रिहाई। कहणगे इकल्ले रिहाई नहीं साडी होवेगी, ये 52 ਦੇ 52 राजा रिहा होणगे हिंदुस्तान दे। कहणगे 52 नहीं, जितने तुहाडे पल्ले नूं पकड़ लैणगे ना चोले दे, उतने मैं रिहा कर सकदा हां। गुरु हरगोबिंद ने 52 कलियां दा चोला पहन लिया। गई बहोड़ बंदी छोड़ निरंकार दुखदारी। 52 राजा नूं रिहा कराया, जहांगीर बादशाह नूं झुकना ही पिया ना। औरंगजेब बादशाह बड़ा आकड़िया फिरदा सी। अखीर ते बड़ा पछतावा जदों गुरु गोबिंद दा जफरनामा पढ़िया ना, ते रोटी नहीं खाधी गई उहदे कोलों। जिहड़ा सोचदा सी मैं बड़ा वड्डा धर्मी पुरख वां ना, ठीक है, वह कुरान शरीफ लिखदा सी, टोपियां बना बना के अपनी किरत करदा सी, वो अपने जिंदा पीर कहाउंदा सी। पर एहसास हो गया, लिखिया ने अपने वसीयतनामे से, कहणगे मैं बड़ा वड्डा पापी, मैं अपने सिर के उपर कितनी गुनाहां दी पंड चुक के जा रहा मैं दस नहीं सकता। मेरी कबर ते कोई संगमरमर लाया जावे, जे दीवा जगाना भीख मंग के जिहड़ा तेल मिले उहदे नाल दीवा जगाउणा है। उन्होंने एहसास हो गया, ऐसा शब्द का तीर मारिया गुरु गोबिंद सिंह ने, ढह ढेरी हो गया। अंग्रेज भी आकड़ते सन सिखा सामने, आखिर अंग्रेजों को ईन मननी पई। अंग्रेजों दी तोपां गोले काम ना आए, जिथे गुरु के सिंह ने जकारे गुंजे, बोले सो निहाल। आखिर हिंदुस्तान छड़ के जाना पिया अंग्रेजों नूं। सब तो वड्डियां कुर्बानियां बाबे किया ने कीतियां, गुरु नानक साहब दे सिखां ने कीतियां। अज भी बाबे नानक दीयां फौजां बैठियां बार्डरां ते, किसान भी बैठे, गुरु के निहंग सिंह भी बैठे। आखिर जाबड़ सरकार नूं झुकना पिया। कल तुसीं प्रतख देखिया, ईन मननी पई। ते खेड़ देखो कैसी, पूरे 500 साल बाद 1521 च बाबर नूं गुरु नानक ने जाबर आख्या। 1521 78 च आया सी ना, ते उहदे आवन तो 13 साल पहले ही बचन
ਭਵਿੱਖਤ ਕੀਤੇ ਸਨ ਗੁਰੂ ਨਾਨਕ ਨੇ, ਭਵਿੱਖਤ ਬਚਨ ਉੱਥੇ ਬਚਨ ਕੀਤੇ ਸੀ। ਕਹਿਣਗੇ ਭਾਈ ਲਾਲੋ, 7 ਵਾਰ ਭਾਈ ਲਾਲੋ ਦਾ ਨਾਮ ਲਿਆ। ਭਾਈ ਲਾਲੋ ਤੇਰੇ ਤੇ ਜ਼ੁਲਮ ਹੋ ਰਿਹਾ, ਤੇਰੇ ਨਾਲ ਧੱਕਾ ਹੋ ਰਿਹਾ, ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਇਹਨਾਂ ਕੋਲ ਹੀ ਖੁਦਾਏ ਨੇ ਜਵਾਬ ਮੰਗਣਾ। ਫਿਰ ਕਹਿਣਗੇ ਆਵੇਗਾ, ਇਹ ਜਿਹੜੇ ਹਾਕਮ ਅਹੰਕਾਰੀ ਬਣੇ ਨੇ, ਇਹਨਾਂ ਦੇ ਸਰੀਰ ਦੇ ਟੁਕੜੇ ਰੁਲਦੇ ਹੋਣਗੇ ਇੱਥੇ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ ਆਵਨ 78। ਜਦੋਂ ਸੰਮਤ 1578 ਆਵੇਗਾ, ਭਾਵ ਸਨ 1521 ਆਵੇਗਾ ਨਾ, ਬਾਬਰ ਆਵੇਗਾ। ਆਵਨ 78 ਜਾਨ 97। ਜਦੋਂ 97 ਸੰਮਤ ਆਵੇਗਾ 1597, ਭਾਵ ਸਨ 1540, ਜਦੋਂ ਗੁਰੂ ਨਾਨਕ ਨੇ ਸਰੀਰ ਤਿਆਗਣਾ 1539 ਚ, ਗੁਰੂ ਨਾਨਕ ਨੇ ਸਰੀਰ ਤਿਆਗਣ ਤੋਂ ਬਾਅਦ ਕੀ ਕੁਝ ਹੋਣਾ ਹੈ, ਇਹ ਬਚਨ ਭਵਿੱਖਤ ਵਿੱਚ ਗੁਰੂ ਨਾਨਕ ਨੇ ਪਹਿਲਾਂ ਹੀ ਕਰ ਦਿੱਤੇ। ਕਹਿੰਗੇ ਬਾਬਰ ਦਾ ਪੁੱਤਰ ਹਮਾਯੂ ਵਾਪਸ ਜਾਵੇਗਾ ਹਿੰਦੁਸਤਾਨ ਛੱਡ ਕੇ। ਆਵਨ 78 ਜਾਨ 97, ਹੋਰ ਭੀੜ ਸੀ ਮਰਦ ਕਾ ਚੇਲਾ। ਫਿਰ ਭਾਜਣਾ ਪਾਈਆਂ ਸਨ ਹਮਾਯੂ ਨੂੰ ਫਿਰ ਝੁਕਣਾ ਪਿਆ ਸੀ ਗੁਰੂ ਅੰਗਦ ਸਾਹਿਬ ਦੇ ਚਰਨ 'ਚ। ਗੁਰੂ ਅੰਗਦ ਸਾਹਿਬ ਕਹਿੰਦੇ ਤੈਨੂੰ ਰਾਜ ਤਾਂ ਦੇ ਦੇਣਾ ਸੀ, ਪਰ ਜਾਂ ਜਿਹੜੇ ਗੁਰੂ ਨਾਨਕ ਦੇ ਬਚਨ ਉਹਨਾਂ ਅਨੁਸਾਰ ਫਿਰ ਤੈਨੂੰ ਰਾਜ ਭਾਗ ਮਿਲੇਗਾ। ਹਮਾਯੂ ਚੁੱਕਿਆ ਫਿਰ ਆ ਕੇ ਤੇ ਫਿਰ ਉਹਨੇ ਦਿੱਲੀ ਤਖਤ ਤੇ ਬੈਠਾ। ਕਹਿਣ ਤੋਂ ਭਾਵ ਜਬਰ ਕਰਨ ਵਾਲੇ ਜਬਰ ਜ਼ੁਲਮ ਕਰਦੇ ਨੇ, ਪਰ ਗੁਰੂ ਨਾਨਕ ਦੇ ਘਰ ਚੋਂ ਕਦੀ ਵੀ ਲੜਾਈ ਝਗੜੇ ਦੀ ਆਵਾਜ਼ ਨਹੀਂ। ਇੱਥੋਂ ਆਵਾਜ਼ ਇਹੀ ਆਂਦੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਹੀ ਅਰਦਾਸ ਤੇ ਗੁਰੂ ਨਾਨਕ ਨੇ ਆਪ ਹੀ ਕੱਲ ਵੇਖੋ ਖੇਡ ਵਰਤਾਈ। ਸੱਚੇ ਮੋਦੀ ਦੀ ਜਿੱਤ ਹੋਈ, ਜਿਹੜਾ ਤੇਰਾ ਕਰਕੇ ਤੋਲਦਾ ਉਹਦੀ ਜਿੱਤ ਹੋਈ। ਜਿਹੜੇ ਹੋਰ ਆਮ ਪਬਲਿਕ ਨੂੰ ਤੰਗ ਕਰਦੇ, ਭਾਵ ਧੱਕੇ ਨਾਲ ਹੇਰਾ ਕਰਦੇ ਹਨ, ਧੱਕੇ ਨਾਲ ਪੈਸੇ ਲੁੱਟਦੇ ਹਨ, ਇਸ ਤਰ੍ਹਾਂ ਲੁੱਟ ਖਸੁੱਟ ਕਰਦੇ, ਕਿਸਾਨਾਂ ਨਾਲ ਕਿਸਾਨ ਮਾਰੂ ਨੀਤੀ, ਭਰਾ ਮਾਰੂ ਨੀਤੀ, ਧਰਮ ਦੇ ਨਾਮ ਤੇ ਲੜਾਈ ਮਾਰੂ ਨੀਤੀ ਅਪਣਾਉਂਦੇ, ਉਹਨਾਂ ਦੀ ਫਿਰ ਹਾਰ ਹੁੰਦੀ, ਉਹਨਾਂ ਨੂੰ ਮੁਆਫੀ ਮੰਗਣੀ ਪੈਂਦੀ ਹੈ। ਪੂਰੇ 500 ਸਾਲ ਬਾਅਦ ਸਨ 2021 ਚੱਲ ਰਿਹਾ ਹੈ, ਉਦੋਂ 1521 ਸੀ, ਸੈਦਪੁਰ ਦੀ ਧਰਤੀ ਸੀ। ਆਖਰ ਬਾਬਰ ਨੂੰ ਝੁਕਣਾ ਪਿਆ। ਕੱਲ ਵੀ ਜਬਰ ਜ਼ੁਲਮ ਕਰਨ ਵਾਲੀ ਸਰਕਾਰ ਨੂੰ ਆਖਰ ਝੁਕਣਾ ਪਿਆ। ਇਹ ਖੇਡ ਗੁਰੂ ਨਾਨਕ ਦੀ। ਤੇ ਇਹੀ ਕਹਾਂਗੇ ਭਾਈ, ਇੱਥੇ ਝੰਡੇ ਝੁਲਾਉਣ ਵਾਲੇ ਆਉਂਦੇ ਨੇ। ਬਾਬਾ ਬਗੇਲ ਸਿੰਘ ਆਏ, ਉਹਨਾਂ ਨੇ 7 ਥਾਂ ਤੇ ਝੰਡਾ ਚਲਾਇਆ ਤੇ ਇੱਥੇ ਲਾਲ ਕਿਲੇ ਝੰਡਾ ਚਲਾਇਆ। ਇਹ ਖੇਡਾਂ ਵਰਦੀਆਂ, ਕਿਉਂਕਿ ਗੁਰੂ ਘਰ ਦਾ ਸਿਧਾਂਤ ਤੇ ਝੂਲ ਤੇ ਨਿਸ਼ਾਨ ਰਹੇ। ਪੰਥ ਮਹਾਰਾਜ ਕੇ ਲਗਤੇ ਦੀਵਾਨ ਰਹੇ। ਉਹ ਦੀਵਾਨ ਕਿਸੇ ਦੇ ਮਾੜੇ ਲਈ ਨਹੀਂ, ਉਹ ਦੀਵਾਨੇ 'ਚ ਉਹੀ ਆਵਾਜ਼ ਆਣੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਲਗਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ। ਗੁਰੂ ਨਾਨਕ ਦਾ ਘਰ ਐਡਾ ਵੱਡਾ ਹੈ, ਵਿਹੜਾ ਇਤਨਾ ਵੱਡਾ ਹੈ, ਜਿਹੜਾ ਸ਼ਰਨ ਆਉਂਦਾ ਤਰ ਜਾਂਦਾ ਹੈ। ਵੱਡੇ ਪਾਪੀਆਂ ਦਾ ਉਧਾਰ ਕੀਤਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ, ਸੇ ਫਿਰ ਗਰਪਾਸ ਨਾ ਭਰਿਆ ਰੇ। ਇਸ ਵਾਸਤੇ ਦੁਨੀਆ ਨੂੰ ਝੁਕਣਾ ਹੀ ਚਾਹੀਦਾ। ਦੀਨ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੇ ਅੱਗੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਦਰੋਂ ਕਰੋ ਸਭ ਨੂੰ ਸੱਚੀਆਂ ਖੁਸ਼ੀਆਂ ਬਖਸ਼ਣ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਾਰੀਆਂ ਖੁਸ਼ੀਆਂ ਉਹ ਤਖਤਾਂ ਤੇ ਬੈਠ ਕੇ ਖੁਸ਼ੀਆਂ ਨਹੀਂ ਮਿਲਦੀਆਂ, ਮੰਤਰੀ ਬਣ ਕੇ, ਰਾਸ਼ਟਰਪਤੀ ਬਣ ਕੇ ਖੁਸ਼ੀਆਂ ਨਹੀਂ ਮਿਲਦੀਆਂ। ਜਿਹੜੀਆਂ ਖੁਸ਼ੀਆਂ ਗੁਰੂ ਨਾਨਕ ਦੇ ਚਰਨਾਂ 'ਚੋਂ ਮਿਲਦੀਆਂ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਸ਼ਬਦ ਦੀ ਸੰਪੂਰਨ ਵਿਚਾਰ ਨਹੀਂ ਹੋ ਸਕੀ, ਕੁਝ ਬੰਦ ਰਹਿੰਦੇ ਹਨ। ਸੋ ਕੱਲ ਦੇ ਦਿਨ ਆਪ ਜੀ ਸ਼ਰਵਣ ਕਰੋਗੇ। ਗੁਰੂ ਘਰ ਦੇ ਮੁੱਖ ਗ੍ਰੰਥੀ ਗਿਆਨੀ ਹਰਨਾਮ ਸਿੰਘ ਜਿਨ੍ਹਾਂ ਉੱਪਰ ਸਤਿਗੁਰ ਦੀ ਅਪਾਰ ਕਿਰਪਾ ਹੈ, ਉਹਨਾਂ ਦਾ ਵੀ ਧੰਨਵਾਦ। ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸਮੂਹ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਜਿਨ੍ਹਾਂ ਨੇ ਕਿਸਾਨ ਮੋਰਚੇ 'ਚ ਪੂਰਾ ਯੋਗਦਾਨ ਪਾਇਆ। ਕਿਸਾਨੀ ਮੋਰਚੇ ਜਿਹੜੇ ਨੌਜਵਾਨ ਜੇਲ੍ਹ ਡੱਕੇ ਗਏ ਸਨ, ਉਹਨਾਂ ਦੀ ਰਿਹਾਈ 'ਚ ਬੜਾ ਵੱਡਾ ਯੋਗਦਾਨ ਪਾਇਆ। ਸੋ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਣਾ।
ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸ਼ਲੋਕ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੇ ਸਗਲ ਜਗਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਸਗਲ ਸਮਗਰੀ ਤੁਮਰੈ ਸੂਤਰਤਾ, ਤੁਮ ਤੇ ਹੋਇ। ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਅਰਦਾਸ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ।
ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ, ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ, ਸਰਬਤ ਖਾਲਸਾ ਜੀ ਕੋ ਵਾਹਿਗੁਰੂ।